ਗੁੱਡ ਮਾਰਨਿੰਗ ਸਟੂਡੈਂਟਸ। ਅੱਜ ਦੇ ਲੈਕਚਰ ਵਿੱਚ ਅਸੀਂ ਊਰਜਾ ਦੀ ਖਪਤ 'ਤੇ ਗੱਲ ਕਰਦੇ ਹਾਂ। ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਕਿ ਊਰਜਾ ਕੀ ਹੈ। ਕੰਮ ਕਰਨ ਦੀ ਸਮਰੱਥਾ ਨੂੰ ਹੀ ਊਰਜਾ ਕਹਿੰਦੇ ਹਨ। ਊਰਜਾ ਹੀ ਮਨੁੱਖੀ ਜੀਵਨ ਦਾ ਆਧਾਰ ਹੈ। ਜੀਵਨ ਜਿਉਣ ਲਈ ਊਰਜਾ ਬਹੁਤ ਜ਼ਰੂਰੀ ਹੁੰਦੀ ਹੈ, ਕਿਉਂਕਿ ਊਰਜਾ ਦੇ ਬਿਨਾਂ ਕੋਈ ਵੀ ਵਿਅਕਤੀ ਜੀਵਤ ਨਹੀਂ ਰਹਿ ਸਕਦਾ। ਪੌਦੇ ਪਹਿਲਾਂ ਸੂਰਜ ਤੋਂ ਊਰਜਾ ਇਕੱਠੀ ਕਰਦੇ ਹਨ ਅਤੇ ਫਿਰ ਪੌਦਿਆਂ ਤੋਂ ਦੂਸਰੇ ਜੀਵ ਜਾਂ ਅਸੀਂ ਆਕਸੀਜਨ ਦੇ ਰੂਪ ਵਿੱਚ ਪ੍ਰਾਪਤ ਕਰਦੇ ਹਾਂ। ਭੋਜਨ ਅਤੇ ਗਤੀ ਲਈ ਵੀ ਊਰਜਾ ਦੀ ਜ਼ਰੂਰਤ ਪੈਂਦੀ ਹੈ। ਸੰਸਾਰ ਪੱਧਰ 'ਤੇ ਊਰਜਾ ਦੀ ਖਪਤ ਦੇ ਬਦਲਦੇ ਹੋਏ ਤੌਰ ਤਰੀਕੇ ਆ। ਪੁਰਾਣੇ ਸਮੇਂ ਅਤੇ ਆਧੁਨਿਕ ਸਮੇਂ 'ਚ ਵੀ ਸੰਸਾਰ ਵਿੱਚ ਜਿਹੜੀ ਊਰਜਾ ਦੀ ਖਪਤ ਹੋ ਰਹੀ ਆ, ਉਹਦੇ ਕੀ ਬਦਲਦੇ ਰੂਪ ਸਾਡੇ ਸਾਹਮਣੇ ਆਏ ਨੇ। ਪਹਿਲਾਂ ਪ੍ਰਾਚੀਨ ਸਮੇਂ 'ਚ ਜਾਂ ਪੁਰਾਣੇ ਸਮੇਂ ਕਹਿ ਲਓ ਅਤੇ ਆਧੁਨਿਕ ਸਮਿਆਂ 'ਚ। ਪੁਰਾਣੇ ਸਮੇਂ ਵਿੱਚ ਆਦਿ ਮਾਨਵ ਸੀ, ਭੋਜਨ ਅਤੇ ਜਾਨਵਰਾਂ ਦਾ ਹੀ ਸ਼ਿਕਾਰ ਕਰਦਾ ਸੀ। ਭੋਜਨ ਇਸ ਨੂੰ ਸਰੀਰਕ ਸਰਗਰਮੀਆਂ ਉੱਤੇ ਊਰਜਾ ਦਿੰਦਾ ਸੀ। ਜਿਹੜਾ ਭੋਜਨ ਖਾਂਦੇ ਸੀ ਉਹ ਦੂਸਰੇ ਜਾਨਵਰਾਂ ਤੋਂ ਹੀ ਪ੍ਰਾਪਤ ਕਰਦਾ ਸੀ, ਜਾਣੀ ਕਿ ਉਹਨਾਂ ਨੂੰ ਮਾਰ ਕੇ ਹੀ ਖਾਂਦਾ ਸੀ। ਉਸ ਟਾਈਮ ਉਸ ਲਵੇ ਕੋਈ ਵੀ ਔਜ਼ਾਰ ਜਾਂ ਹਥਿਆਰ ਨਹੀਂ ਸਨ, ਸਿਰਫ ਉਹਨਾਂ ਤੋਂ ਮਾਰ ਕੇ ਹੀ ਊਰਜਾ ਪ੍ਰਾਪਤ ਕਰਦਾ ਸੀ। ਮਨੁੱਖ ਸਾਰੀ ਊਰਜਾ ਭੋਜਨ ਲੜੀਆਂ ਪ੍ਰਾਪਤ ਕਰਨ ਵਿੱਚ ਹੀ ਕਰਦਾ ਸੀ, ਕਿਉਂਕਿ ਉਸ ਟਾਈਮ ਮਨੁੱਖ ਦਾ ਹੋਰ ਇੱਕੋ ਹੀ ਕੰਮ ਸੀ ਭੋਜਨ ਪ੍ਰਾਪਤ ਕਰਨਾ। ਉਹ ਸਾਰੀ ਊਰਜਾ ਭੋਜਨ ਪ੍ਰਾਪਤ ਕਰਨ ਵਿੱਚ ਹੀ ਗਵਾ ਦਿੰਦਾ ਸੀ। ਇਸ ਤਰ੍ਹਾਂ ਹੌਲੀ ਹੌਲੀ ਮਾਨਵ ਨੇ ਲੱਕੜੀ ਤਾਂ ਉਸ ਟਾਈਮ ਹੈਗੀ ਸੀ, ਲੱਕੜੀ ਤੋਂ ਹੀ ਅੱਗ ਦਾ ਪ੍ਰਯੋਗ ਕੀਤਾ। ਫਿਰ ਉਹ ਅੱਗ ਤੋਂ ਊਰਜਾ ਪ੍ਰਾਪਤ ਕਰਨ ਲੱਗੇ। ਅੱਗ 'ਤੇ ਮਾਸ ਪਕਾਉਣਾ, ਜੰਗਲੀ ਜਾਨਵਰਾਂ ਨੂੰ ਮਾਰ ਕੇ ਉਸਦਾ ਮਾਸ ਪਕਾਉਣਾ, ਅਤੇ ਅੱਗ ਦੀ ਵਰਤੋਂ ਦੇ ਨਾਲ ਹੌਲੀ ਹੌਲੀ ਉਹਨਾਂ ਨੇ ਹੋਰ ਸੰਦ ਜਾਂ ਹਥਿਆਰ ਬਣਾਉਣੇ ਵੀ ਸ਼ੁਰੂ ਕਰ ਦਿੱਤੇ। ਲੱਕੜੀ ਦੇ ਹੋਰ ਹਥਿਆਰ ਬਣਾ ਕੇ ਹੋਰ ਜਾਨਵਰਾਂ ਨੂੰ ਮਾਰਦੇ ਸਨ ਅਤੇ ਹੋਰਾਂ ਦੇ ਉਹਨਾਂ ਤੋਂ ਹੀ ਕੰਮ ਲੈਂਦੇ ਸਨ। ਇਸ ਤਰ੍ਹਾਂ ਹੌਲੀ ਹੌਲੀ ਉਹਨਾਂ ਨੇ ਊਰਜਾ ਦੇ ਸਰੋਤ ਵੱਧਦੇ ਗਏ, ਕਿਉਂਕਿ ਊਰਜਾ ਦੇ ਸਰੋਤ ਨਾਲ ਵਧਣ ਨਾਲ ਉਹਨਾਂ ਦੀਆਂ ਜ਼ਰੂਰਤਾਂ ਵਿੱਚ ਵੀ ਵਾਧਾ ਹੁੰਦਾ ਗਿਆ। ਪਹਿਲਾਂ ਉਹ ਸਿਰਫ ਭੋਜਨ ਪ੍ਰਾਪਤ ਕਰਨ ਲਈ ਆਪਣੀ ਊਰਜਾ ਦਾ ਪ੍ਰਯੋਗ ਕਰਦੇ ਸਨ, ਲੇਕਿਨ ਬਾਅਦ ਵਿੱਚ ਹੌਲੀ ਹੌਲੀ ਵਿਕਾਸ ਹੁੰਦਾ ਗਿਆ ਅਤੇ ਉਹਨਾਂ ਨੇ ਖੇਤੀਬਾੜੀ ਅਤੇ ਢੋਆ ਢੁਆਈ ਦੇ ਸਾਧਨਾਂ ਲਈ, ਮਾਸ ਪਕਾਉਣ ਲਈ, ਅੱਗ ਬਲਾਉਣ ਲਈ, ਸਾਰੀਆਂ ਹਰੇਕ ਚੀਜ਼ਾਂ ਵਾਸਤੇ ਹੌਲੀ ਹੌਲੀ ਉਹਨਾਂ ਨੇ ਊਰਜਾ ਦਾ ਪ੍ਰਯੋਗ ਕਰਨਾ ਸ਼ੁਰੂ ਕਰ ਦਿੱਤਾ। ਇਸ ਕਾਰਨ ਭਾਫ਼ ਇੰਜਣ ਦੀ ਖੋਜ ਵੀ 19ਵੀਂ ਸਦੀ ਵਿੱਚ ਹੋਈ ਸੀ। ਇਸ ਨੇ ਉਦਯੋਗਿਕ ਕ੍ਰਾਂਤੀ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਸੀ, ਕਿਉਂਕਿ ਜਦੋਂ ਤੱਕ ਕਿਸੇ ਵੀ ਚੀਜ਼ ਦਾ ਆਵਿਸ਼ਕਾਰ ਨਹੀਂ ਹੁੰਦਾ ਤਾਂ ਕੋਈ ਵੀ ਚੀਜ਼ ਤੋਂ ਊਰਜਾ ਪ੍ਰਾਪਤ ਨਹੀਂ ਕੀਤੀ ਜਾਂਦੀ। ਇਸ ਤਰ੍ਹਾਂ ਹੌਲੀ ਹੌਲੀ ਉਹਨਾਂ ਦੀ ਖੋਜ ਵੱਧਦੀ ਗਈ। ਕੁਛ ਉਹਨਾਂ ਨੇ ਕੁਦਰਤੀ ਸਾਧਨਾਂ ਦਾ ਪ੍ਰਯੋਗ ਕੀਤਾ ਅਤੇ ਕੁਛ ਉਹਨਾਂ ਨੇ ਮਨੁੱਖ ਦੁਆਰਾ ਨਿਰਮਿਤ ਸਾਧਨਾਂ ਦਾ ਪ੍ਰਯੋਗ ਕਰਕੇ ਊਰਜਾ ਦੀ ਖਪਤ 'ਤੇ ਪ੍ਰਯੋਗ ਕੀਤਾ। ਪਰ ਉਸ ਟਾਈਮ ਜਿਹੜੀ ਊਰਜਾ ਦੀ ਖਪਤ ਸੀ ਬਹੁਤ ਘੱਟ ਹੁੰਦੀ ਸੀ, ਕਿਉਂਕਿ ਮਨੁੱਖ ਲਵੇ ਕੋਈ ਵੀ ਸਾਧਨ ਨਹੀਂ ਸਨ, ਕੋਈ ਵੀ ਸਿੰਪਲ ਚੀਜ਼ਾਂ ਸਨ, ਉਹਨਾਂ ਵਿੱਚ ਊਰਜਾ ਦੀ ਖਪਤ ਬਹੁਤ ਘੱਟ ਮਾਤਰਾ ਵਿੱਚ ਹੁੰਦੀ ਸੀ। ਹੁਣ ਅਸੀਂ ਅੱਗੇ ਗੱਲ ਕਰਦੇ ਹਾਂ ਆਧੁਨਿਕ ਸਮਾਜ ਵਿੱਚ ਊਰਜਾ ਦੀ ਖਪਤ। ਜਿਹੜਾ ਅੱਜ ਦਾ ਸਮਾਜ ਆ, ਆਧੁਨਿਕ ਸਮਾਜ ਵਿੱਚ ਵੱਧਦੀ ਹੋਈ ਜਨਸੰਖਿਆ ਨਾਲ ਊਰਜਾ ਦੀ ਖਪਤ ਬਹੁਤ ਤੇਜ਼ੀ ਨਾਲ ਵੱਧ ਰਹੀ ਹੈ, ਕਿਉਂਕਿ ਜਨਸੰਖਿਆ ਵਧਣ ਦੇ ਨਾਲ ਊਰਜਾ ਦੀ ਖਪਤ ਬਹੁਤ ਤੇਜ਼ੀ ਨਾਲ ਵੱਧ ਰਹੀ ਹੈ। ਊਰਜਾ ਦਾ ਭਾਗ ਰਸਾਇਣਿਕ ਪਦਾਰਥਾਂ, ਖਣਿਜ, ਭੋਜਨ ਅਤੇ ਹੋਰ ਉਤਪਾਦਾਂ ਦੀ ਪੈਦਾਵਾਰ ਨਾਲ ਸੰਬੰਧਿਤ ਉਦਯੋਗਾਂ ਵਿੱਚ ਵਰਤਿਆ ਜਾਂਦਾ ਹੈ। ਜਿਹੜੇ ਵੀ ਉਦਯੋਗ ਹਨ, ਬਹੁਤ ਜ਼ਿਆਦਾ ਉਦਯੋਗ ਹੁੰਦੇ ਹਨ, ਉਹਨਾਂ ਵਿੱਚ ਬਹੁਤ ਮਾਤਰਾ ਵਿੱਚ ਊਰਜਾ ਦੀ ਖਪਤ ਹੁੰਦੀ ਹੈ। ਆਵਾਜਾਈ ਦੇ ਸਾਧਨ ਬਹੁਤ ਮਾਤਰਾ ਵਿੱਚ ਹਨ, ਉਹਨਾਂ ਵਿੱਚ ਵੀ ਊਰਜਾ ਦੀ ਖਪਤ ਹੁੰਦੀ ਹੈ। ਸੰਘਣੇ ਖੇਤੀਬਾੜੀ ਲਈ ਆਪਾਂ ਕਿੰਨੀਆਂ ਮਸ਼ੀਨਾਂ ਦਾ ਪ੍ਰਯੋਗ ਕਰਦੇ ਹਾਂ, ਉਹਨਾਂ ਲਈ ਵੀ ਊਰਜਾ ਦੀ ਪ੍ਰਯੋਗ ਹੁੰਦੀ ਹੈ। ਅਸੀਂ ਅੱਜ ਕੱਲ੍ਹ ਤਾਂ ਘਰੇਲੂ ਕੰਮਾਂ ਵਿੱਚ ਵੀ ਊਰਜਾ ਦਾ ਪ੍ਰਯੋਗ ਕੀਤਾ ਜਾਂਦਾ, ਜਿਵੇਂ ਭੋਜਨ ਪਕਾਉਣਾ, ਰੌਸ਼ਨੀ ਕਰਨੀ ਆ, ਹਨੇਰਾ ਹੋਣ ਤੋਂ ਘਰਾਂ ਨੂੰ ਗਰਮ ਠੰਡਾ ਪਾਣੀ ਕਰਨ ਲਈ ਪਹਿਲਾਂ ਆਪਾਂ ਸਿੰਪਲ ਤਰੀਕੇ ਨਾਲ ਪਾਣੀ ਗਰਮ ਕਰਦੇ ਸੀ। ਹੁਣ ਆਪਾਂ ਨੇ ਕੀ ਲਗਾਏ ਹੋਏ ਨੇ, ਹੁਣ ਆਪਾਂ ਨੇ ਗਰਮ ਪਾਣੀ ਦੇ ਵੀ ਮਸ਼ੀਨਾਂ ਲਗਾਈਆਂ ਹੋਈਆਂ ਨੇ, ਚਾਹੇ ਆਪਾਂ ਕਹਿ ਲਓ ਉਹਨਾਂ ਨੂੰ ਆਪਾਂ ਹਰ ਇੱਕ ਚੀਜ਼ਾਂ ਲਈ ਆਪਾਂ ਨੇ ਅਲੱਗ ਤੋਂ ਵਰਤੋਂ ਕੀਤੀ ਹੈ। ਉਹ ਆਪਣਾ ਕੀ ਕਰਦੀ ਹੈ, ਊਰਜਾ ਦੀ ਖਪਤ ਹੁੰਦੀ ਹੈ ਇਸ ਦੇ ਨਾਲ, ਕਿਉਂਕਿ ਜਿਹੜੀ ਅੱਜ ਦਾ ਜਿਹੜਾ ਜਿਹੜੀ ਇਹ ਊਰਜਾ ਦੀ ਖਪਤ ਹੈ ਇੱਕ ਸਿਆਰ ਨਹੀਂ ਹੈਗੀ। ਕੁਛ ਦੇਸ਼ਾਂ ਵਿੱਚ ਘੱਟ ਆ ਅਤੇ ਕੁਛ ਦੇਸ਼ਾਂ ਵਿੱਚ ਜ਼ਿਆਦਾ ਹੈਗੀ ਆ। ਸਾਰੇ ਇੱਕ ਸਿਆਰ ਨਹੀਂ ਕਰਦੇ। ਜਿਹੜੇ ਵਿਕਾਸਸ਼ੀਲ ਦੇਸ਼ ਹਨ, ਕੁਛ ਵਿਕਸਿਤ ਦੇਸ਼ ਜਿਹੜੇ ਪਹਿਲਾਂ ਤੋਂ ਹੀ ਵਿਕਾਸ ਕਰ ਚੁੱਕੇ ਹਨ, ਉਹਨਾਂ ਵਿੱਚ ਊਰਜਾ ਦੀ ਖਪਤ ਬਹੁਤ ਮਾਤਰਾ ਵਿੱਚ ਹੁੰਦੀ ਹੈ। ਲੇਕਿਨ ਜਿਹੜੇ ਹਜੇ ਵਿਕਾਸਸ਼ੀਲ ਨੇ, ਹੁਣ ਹੌਲੀ ਹੌਲੀ ਵਿਕਾਸ ਕਰਦੇ ਹਨ, ਉਹਨਾਂ ਵਿੱਚ ਊਰਜਾ ਦੀ ਮਾਤਰਾ ਬਹੁਤ ਘੱਟ ਹੁੰਦੀ ਹੈ। ਜਿਵੇਂ ਦੇਖ ਲਓ ਜੀ, ਸੰਸਾਰ ਕੁੱਲ ਊਰਜਾ ਦਾ 75% ਪ੍ਰਯੋਗ ਕਰਦਾ ਹੈਗਾ, ਲੇਕਿਨ ਜਿਹੜੀ ਆਪਣੀ ਊਰਜਾ ਪ੍ਰਾਪਤ ਹੁੰਦੀ ਹੈ ਉਹ 90% ਹੁੰਦੀ ਹੈ। ਭਾਰਤ ਲਗਾ ਲਓ ਜਾਂ ਕੋਈ ਹੋਰ ਦੇਸ਼ ਲਗਾ ਲਓ, ਜਿਹੜੇ ਹਜੇ ਵਿਕਾਸਸ਼ੀਲ ਨੇ ਉਹ 41% ਤੋਂ 59% ਤੱਕ ਹੀ ਊਰਜਾ ਪ੍ਰਯੋਗ ਕਰਦੇ ਹਨ। ਬਾਕੀ ਦੇਸ਼ਾਂ ਨਾਲੋਂ ਬਹੁਤ ਘੱਟ ਮਾਤਰਾ ਵਿੱਚ ਊਰਜਾ ਦੀ ਖਪਤ ਹੁੰਦੀ ਹੈ। ਊਰਜਾ ਖਪਤ ਜੀਵਨ ਪੱਧਰ 'ਤੇ ਮਾਪਦੰਡ ਵਜੋਂ ਊਰਜਾ ਖਪਤ ਕਿਸੇ ਦੇਸ਼ ਵਿੱਚ ਵੱਖ ਵੱਖ ਖੇਤਰਾਂ ਵਿੱਚ ਆਉਣ ਵਾਲੇ ਆਰਥਿਕ ਵਿਕਾਸ ਨਾਲ ਸਿੱਧਾ ਸੰਬੰਧ ਰੱਖਦਾ ਹਨ,
ਕਿਉਂਕਿ ਊਰਜਾ ਦਾ ਜਿਹੜਾ ਖਪਤ ਆ ਉਹ ਅਲੱਗ-ਅਲੱਗ ਦੇਸ਼ਾਂ ਵਿੱਚ ਅਲੱਗ-ਅਲੱਗ ਮਾਤਰਾ ਵਿੱਚ ਪ੍ਰਯੋਗ ਕੀਤਾ ਜਾਂਦਾ ਹੈ। ਊਰਜਾ ਖਪਤ ਕਿਸੇ ਦੇਸ਼ ਜਾਂ ਸਮਾਜ ਦੇ ਲੋਕਾਂ ਦੇ ਜੀਵਨ ਪੱਧਰ ਦਾ ਜਾਣੀ ਕਿ ਉਹਨਾਂ ਦਾ ਮਾਪਦੰਡ ਕਰਦਿਆਂ ਜਾਂਦੀਆਂ ਸੀ। ਜਿਹੜਾ ਅਮੀਰ ਵਿਅਕਤੀ ਹੈ ਤਾਂ ਊਰਜਾ ਦੀ ਮਾਤਰਾ ਜ਼ਿਆਦਾ ਪ੍ਰਯੋਗ ਕਰਦਾ, ਜੇ ਗਰੀਬ ਵਿਅਕਤੀ ਹੈ ਤਾਂ ਊਰਜਾ ਦੀ ਮਾਤਰਾ ਬਹੁਤ ਘੱਟ ਪ੍ਰਯੋਗ ਕਰਦਾ ਹੈਗਾ, ਕਿਉਂਕਿ ਸਾਰਿਆਂ ਦਾ ਪੱਧਰ ਇੱਕੋ ਜਿਹਾ ਨਹੀਂ ਹੁੰਦਾ ਹੈਗਾ। ਜਿਵੇਂ ਆਪਾਂ ਫੋਰ ਐਗਜ਼ਾਮਪਲ ਲੈ ਲਓ, ਅਮੀਰ ਵਿਅਕਤੀ ਹੈ ਜਿਹੜਾ ਉਹ ਕਾਰ ਖਰੀਦਦਾ ਹੈਗਾ, ਕਾਰ ਵਿੱਚ ਤੇਲ ਦੀ ਵਰਤੋਂ ਕੀਤੀ ਜਾਂਦੀ ਆ, ਪਰ ਜਿਹੜਾ ਗਰੀਬ ਵਿਅਕਤੀ ਹੈ ਉਹ ਸਿਰਫ ਸਾਈਕਲ ਹੀ ਖਰੀਦ ਸਕਦਾ ਹੈਗਾ, ਸਾਈਕਲ ਵੀ ਨਹੀਂ ਖਰੀਦ ਸਕਦਾ ਹੈਗਾ, ਤਾਂ ਫਿਰ ਉਹ ਊਰਜਾ ਦੀ ਵਰਤੋਂ ਕਿਸ ਤਰ੍ਹਾਂ ਕਰ ਸਕਦਾ ਹੈਗਾ। ਇਸ ਪ੍ਰਕਾਰ ਅਸੀਂ ਕਹਿ ਸਕਦੇ ਹਾਂ ਕਿ ਜਿਹੜੇ ਅਮੀਰ ਵਿਅਕਤੀ ਨੇ ਜਾਂ ਅਮੀਰ ਦੇਸ਼ ਨੇ ਊਰਜਾ ਦੀ ਮਾਤਰਾ ਵਿੱਚ ਜ਼ਿਆਦਾ ਮਾਤਰਾ ਵਿੱਚ ਪ੍ਰਯੋਗ ਕਰਦੇ ਹਨ, ਜਿਹੜੇ ਗਰੀਬ ਦੇਸ਼ ਨੇ ਜਾਂ ਜਿਹੜੇ ਵਿਕਾਸਸ਼ੀਲ ਦੇਸ਼ ਹਨ ਉਹ ਊਰਜਾ ਦਾ ਬਹੁਤ ਘੱਟ ਮਾਤਰਾ ਵਿੱਚ ਪ੍ਰਯੋਗ ਕਰਦੇ ਹਨ। ਵੱਧਦੀ ਹੋਈ ਊਰਜਾ ਦੀ ਮੰਗ ਅਤੇ ਸਪਲਾਈ ਵਿਚਕਾਰ ਕੀ ਫਾਸਲਾ ਹੈਗਾ। ਸੰਸਾਰ ਵਿੱਚ ਜਿਹੜੀ ਉਦਯੋਗਿਕ ਕ੍ਰਾਂਤੀ ਆ ਉਸ ਦੇ ਕਾਰਨ ਊਰਜਾ ਦੀ ਬਹੁਤ ਮੰਗ ਹੋ ਰਹੀ ਆ, ਊਰਜਾ ਦੀ ਮੰਗ ਕਾਰਨ ਹੀ ਉਸ ਵਿੱਚ ਵਾਧਾ ਅਤੇ ਵਿਕਾਸ ਹੋ ਰਿਹਾ ਹੈਗਾ। ਸਾਰੇ ਦੇਸ਼ਾਂ ਵਿੱਚ ਪ੍ਰਤੀ ਵਿਅਕਤੀ ਊਰਜਾ ਦੀ ਖਪਤ ਆਪਣੇ ਸਿਖਰ 'ਤੇ ਪਹੁੰਚ ਰਹੀ ਹੈ, ਕਿਉਂਕਿ ਜਦੋਂ ਤੱਕ ਵਿਅਕਤੀ ਜ਼ਿਆਦਾ ਪ੍ਰਯੋਗ ਕਰਦਾ ਹੈ, ਉਦਯੋਗਿਕ ਕ੍ਰਾਂਤੀਆਂ ਵਿੱਚ ਜ਼ਿਆਦਾ ਭਾਗ ਲੈਂਦਾ ਤਾਂ ਉਹਦੇ ਵਿੱਚ ਊਰਜਾ ਦੀ ਖਪਤ ਬਹੁਤ ਜ਼ਿਆਦਾ ਹੁੰਦੀ ਹੈ। ਲੇਕਿਨ ਜਿਹੜੇ ਅਸੀਂ ਆਮ ਨੇ ਬਹੁਤ ਵਿਕਾਸਸ਼ੀਲ ਦੇਸ਼ ਘੱਟ ਨੇ, ਜਾਪਾਨ ਦੇਖ ਲਓ, ਜਾਪਾਨ ਵਰਗੇ ਦੇਸ਼ਾਂ ਵਿੱਚ ਊਰਜਾ ਦੀ ਬਹੁਤ ਘੱਟ ਮਾਤਰਾ ਵਿੱਚ ਪ੍ਰਯੋਗ ਕੀਤਾ ਜਾਂਦਾ, ਬਟ ਜਿਹੜੇ ਅਮਰੀਕਾ ਹੈ ਜਾਪਾਨ ਦੇ ਮੁਕਾਬਲੇ ਅਮਰੀਕਾ ਵਿੱਚ ਬਹੁਤ ਜ਼ਿਆਦਾ ਊਰਜਾ ਦੀ ਖਪਤ ਹੁੰਦੀ ਹੈ। ਅੱਜ ਅਸੀਂ ਨੇ ਊਰਜਾ ਦੀ ਖਪਤ ਲੈਸਨ 'ਤੇ ਚਰਚਾ ਕੀਤੀ ਹੈ। ਨੈਕਸਟ ਲੈਕਚਰ ਵਿੱਚ ਅਸੀਂ ਨੈਕਸਟ ਲੈਸਨ 'ਤੇ ਚਰਚਾ ਕਰਾਂਗੇ।